ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामुअलैकुम जी आए ਨੂੰ। ਅੱਜ ਬਣੇਗੀ ਸਾਡੇ ਕਿਚਨ ਦੇ ਵਿੱਚ ਬਿਹਾਰੀ ਬੋਟੀ, ਜਿਹੜੀ ਇੰਨੀ ਮਜ਼ੇਦਾਰ ਹੋਵੇਗੀ ਕਿ ਜ਼ਬਾਨ ਤੇ ਰੱਖਦੇ ਸਿੱਧੇ ਦਿਲ ਤੇ ਅਸਰ ਕਰੇਗੀ। ਜੀ ਹਾਂ, ਕਿਉਂਕਿ ਇਹ ਬਣੇਗੀ ਗੋਸ਼ਤਾਂ ਦੇ ਬਾਦਸ਼ਾਹ ਦੇ ਨਾਲ। ਹਾਂਜੀ ਬਿਲਕੁਲ, ਬੱਕਰੇ ਦੇ ਪੁੱਠ ਦੀਆਂ ਗੋਲ ਗੋਲ ਬੋਟੀਆਂ ਨਾਲ। ਬੱਕਰੇ ਦੇ ਗੋਸ਼ਤ ਨੂੰ ਅੱਧਾ ਕਿਲੋ ਗੋਸ਼ਤ ਲੈ ਕੇ ਉਹਦੀਆਂ ਛੋਟੀਆਂ ਛੋਟੀਆਂ ਬੋਟੀਆਂ ਕਰਕੇ ਉਹਨੂੰ ਧੋ ਕੇ ਬਿਲਕੁਲ ਖੁਸ਼ਕ ਕਰਕੇ ਰੱਖ ਲੈਣਾ। ਹੁਣ ਇੱਕ ਬਰਤਨ ਲੈਣਾ, ਉਹਦੇ ਵਿੱਚ ਪਾ ਲੈਣਾ ਦਹੀਂ ਦੀ ਇੱਕ ਕੌਲੀ ਭਰ ਕੇ। ਦਹੀਂ ਨੂੰ ਫੈਂਟ ਲੈਣਾ, ਚੰਗੀ ਤਰ੍ਹਾਂ ਕੌਲੀ ਨੂੰ ਸਾਫ਼ ਕਰ ਲੈਣਾ। ਆਹ ਜਿਹੜੀਆਂ ਛੋਟੀਆਂ ਛੋਟੀਆਂ ਬੋਟੀਆਂ ਕੱਟ ਕੇ ਰੱਖੀਆਂ ਸੀ, ਇਸ ਤਰ੍ਹਾਂ ਬੜੀਆਂ ਹੀ ਸੋਹਣੀਆਂ ਲੱਗਦੀਆਂ। ਇਹਨਾਂ ਨੂੰ ਦੇਖੋ ਤੁਸੀਂ ਬਿਲਕੁਲ ਸਾਫ਼ ਸੁਥਰਾ ਕਰ ਲੈਣਾ ਔਰ ਆਪਾਂ ਇਹਨੂੰ ਦਹੀਂ ਦੇ ਵਿੱਚ ਪਾ ਦੇਣਾ। ਨਾਲ 1 ਚਮਚਾ ਪਪਾਇਆ ਦਾ, 1 ਚਮਚ ਲਸਣ ਅਦਰਕ ਦੇ ਪੇਸਟ ਦਾ, ਅੱਧਾ ਚਮਚ ਲਸਣ ਦਾ ਪੇਸਟ ਦਾ, ਔਰ ਨਾਲ ਆਪਾਂ ਇਹਦੇ ਵਿੱਚ ਪਾ ਦੇਣੇ 2 ਚਮਚ ਭਰ ਕੇ ਤਿੱਕਾ ਮਸਾਲਾ, ਨਮਕ ਹਸਬੇ ਜ਼ਾਇਕਾ ਜਾਂ 1 ਚਮਚ ਪਾ ਦਿਓ। ਇਹਨੂੰ ਇਸ ਤਰ੍ਹਾਂ ਮਿਕਸ ਕਰਨਾ ਹੈ, ਇਸ ਤਰ੍ਹਾਂ ਇਹਨਾਂ ਨੂੰ ਮਿਲਾਉਣਾ ਹੈ ਜਿਵੇਂ ਤੁਸੀਂ ਕਹੋ ਕਿ ਹਰ ਬੋਟੀ ਜਿਹੜੀ ਮਸਾਲੇ ਦੇ ਨਾਲ ਲੱਤ-ਪੱਤ ਹੋ ਜਾਏ। ਔਰ ਇੰਨੇ ਪਿਆਰ ਨਾਲ ਇਹਨੂੰ ਮਿਲਾਉਣਾ ਹੈ ਕਿ ਇਹਦੇ ਵਿੱਚੋਂ ਤੁਹਾਡਾ ਪਿਆਰ ਚੱਲ ਕੇ ਤੇ ਪਿਆਰ ਹੀ ਇਹਦੇ ਵਿੱਚ ਸਵਾਦ ਲੈ ਕੇ ਆਊਗਾ। ਜੈਫਲ ਜਵੈਤਰੀ ਇਹਨੂੰ ਪੀਸ ਕੇ ਇਹਦੀਆਂ 2-3 ਚੁਟਕੀਆਂ ਆਪਾਂ ਇਹਦੇ ਵਿੱਚ ਪਾ ਦੇਣੀਆਂ। ਇਸ ਤਰ੍ਹਾਂ ਇਹਦੀ ਬਹੁਤ ਹੀ ਜ਼ਬਰਦਸਤ ਟੇਸਟ ਔਰ ਖੁਸ਼ਬੂ ਆਏਗੀ। ਹੁਣ ਸਾਰੇ ਮਸਾਲੇ ਇਹਦੇ ਵਿੱਚ ਜਦੋਂ ਪਾ ਦੇਣੇ, ਆਪਾਂ ਇਹਨਾਂ ਨੂੰ ਕਰ ਲੈਣਾ ਮਿਕਸ। 1 ਚਮਚ ਚਿੱਲੀ ਫਲੈਕਸ, ਥੋੜ੍ਹਾ ਜਿਹਾ ਬਰਾਊਨ ਕੀਤਾ ਹੋਇਆ ਪਿਆਜ਼, 1 ਪਿਆਜ਼ ਹੋਏਗਾ ਛੋਟੇ ਸਾਈਜ਼ ਦਾ ਤਕਰੀਬਨ। ਇਹਨੂੰ ਕਰ ਲੈਂਦੇ ਹਾਂ ਮਿਕਸ। ਇਸ ਤਰ੍ਹਾਂ ਇਹਨੂੰ ਲਪੇਟਣਾ, ਜਿਵੇਂ ਨਾ ਤੁਸੀਂ ਕਹੋ ਕਿ ਇੰਨੀ ਚੰਗੀ ਤਰ੍ਹਾਂ ਲਪੇਟਣਾ ਜਿਵੇਂ ਸਾਡੀ ਚਾਚੀ ਨਾ ਆਪਣੇ ਜਹੇਜ਼ ਦੇ ਸਮਾਨ ਨੂੰ, ਨਿੱਕੇ ਨਿੱਕੇ ਸਮਾਨ ਨੂੰ ਵੀ ਨਾ ਕੱਪੜਿਆਂ 'ਚ ਲਪੇਟ ਕੇ ਰੱਖਦੀ ਆ, ਉਸ ਤਰ੍ਹਾਂ ਤੁਸੀਂ ਇਹਨੀ ਬੋਟੀਆਂ ਨੂੰ ਨਾ ਲਪੇਟ ਕੇ ਰੱਖਣਾ ਮਸਾਲੇ ਦੇ ਨਾਲ। 2 ਚਮਚ ਪਾ ਲਾਂਗੇ ਇਹਦੇ ਵਿੱਚ ਆਇਲ ਦੇ, ਦੇਸੀ ਘੀ ਹੈਗਾ ਤੇ ਉਹ ਪਾ ਲਓ। ਇਹਨੂੰ ਚੰਗੀ ਤਰ੍ਹਾਂ ਕਰੋ ਮਿਕਸ ਕਰਕੇ ਢੱਕਣ ਵਾਲੇ ਡੱਬੇ 'ਚ ਪਾ ਕੇ। ਢੱਕਣ ਵਾਲਾ ਡੱਬਾ ਨਹੀਂ ਹੈਗਾ, ਇਹਦੇ ਮੂੰਹ ਨੂੰ ਛਾਪਰ ਲਾ ਦਿਓ। ਛਾਪਰ ਲਾ ਕੇ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਤਾਂ ਕਿ ਇਹਦੇ ਅੰਦਰ ਹਵਾ ਨਾ ਜਾਵੇ ਔਰ ਮਸਾਲਾ ਬੋਟੀਆਂ ਦੇ ਵਿੱਚ ਚੰਗੀ ਤਰ੍ਹਾਂ ਰਸ ਬਸ ਜਾਵੇ। ਅਤੇ ਫਿਰ 2 ਤੋਂ 3 ਘੰਟਿਆਂ ਲਈ ਇਹਨੂੰ ਫਰਿੱਜ 'ਚ ਰੱਖ ਦਿਓ। ਜ਼ਿਆਦਾ ਟਾਈਮ ਆ ਤਾਂ ਸਾਰੀ ਰਾਤ ਲਈ ਰੱਖ ਦਿਓ ਤਾਂ ਕਿ ਚੰਗੀ ਤਰ੍ਹਾਂ ਠੰਡਾ ਹੋ ਜਾਵੇ, ਚੰਗੀ ਤਰ੍ਹਾਂ ਮਸਾਲੇ ਇਹਦੇ ਵਿੱਚ ਜਜ਼ਬ ਹੋ ਜਾਣ। 2-3 ਘੰਟਿਆਂ ਤੋਂ ਬਾਅਦ ਦੇਖਦੇ ਹਾਂ ਮਾਸ਼ਾਅੱਲਾ, ਇੱਕ ਕੜਾਹੀ 'ਚ ਥੋੜ੍ਹਾ ਜਿਹਾ ਤੇਲ ਪਾਉਣਾ, ਐਵੇਂ ਬਿਲਕੁਲ ਥੋੜ੍ਹਾ ਜਿਹਾ। ਉਹਦੇ ਵਿੱਚ ਆਪਾਂ ਇਹ ਸਾਰੇ ਗੋਸ਼ਤ ਜਿਹੜਾ ਆਪਾਂ ਮਸਾਲੇ ਲਾ ਕੇ ਰੱਖਿਆ ਸੀ ਉਹਨੂੰ ਪਾ ਦੇਣਾ ਅਤੇ ਹਲਕੀ ਆਂਚ 'ਤੇ ਇਹਨੂੰ ਪਕਾਉਣਾ ਸ਼ੁਰੂ ਕਰ ਦੇਣਾ। ਦਹੀਂ ਔਰ ਗੋਸ਼ਤ ਆਪਣਾ ਪਾਣੀ ਛੋੜ ਦੇਗਾ ਔਰ ਤੁਸੀਂ ਦੇਖੋ ਇਹਨੂੰ 20 ਤੋਂ 25 ਮਿੰਟ ਲਈ ਬਿਲਕੁਲ ਹਲਕੀ ਅੱਗ 'ਤੇ ਇਹਨੂੰ ਆਪਾਂ ਰੱਖ ਦੇਣਾ। ਇਹਨੇ ਹਲਕੀ ਅੱਗ ਦੇ ਵਿੱਚ ਤਿਆਰ ਹੋ ਜਾਣਾ। ਆਹ ਦੇਖੋ ਜੀ ਮਾਸ਼ਾਅੱਲਾ, ਬਹੁਤ ਜ਼ਬਰਦਸਤ, ਇੰਨੀ ਅੱਛੀ ਖੁਸ਼ਬੂ ਕਿ ਮੁਹੱਲੇ ਵਾਲੇ ਵੀ ਆ ਕੇ ਜ਼ਰੂਰ ਦੇਖਣਗੇ ਕਿ ਤੁਸੀਂ ਅੱਜ ਬਣਾ ਕੀ ਰਹੇ ਹੋ। ਫਿਰ ਆਪਾਂ ਇਹਨੂੰ ਥੋੜ੍ਹਾ ਜਿਹਾ ਦੇਵਾਂਗੇ ਧੂੰਆਂ, ਕੋਇਲਾ ਜਲਾ ਕੇ ਇਹਦੇ ਵਿੱਚ ਦੇਸੀ ਘੀ ਪਾ ਕੇ ਅਤੇ ਉੱਤੋਂ ਢੱਕ ਦਾਂਗੇ ਇਹਨੂੰ ਅਤੇ ਇਹਨੂੰ ਆ ਜਾਏਗਾ ਧੂੰਆਂ। ਵੈਸੇ ਪਹਿਲੇ ਜ਼ਮਾਨੇ 'ਚ ਜੇ ਸਾਲਣ 'ਚ ਧੂੰਆਂ ਪੈ ਜਾਂਦਾ ਤਾਂ ਖਾਂਦੇ ਨਹੀਂ ਸੀ, ਕਹਿੰਦੇ ਹਾਂਡੀ ਧਵਾਂਖੀ ਗਈ, ਇਹ ਖਾਣੇ ਦੀ ਨਹੀਂ ਹੈਗੀ, ਹੁਣ ਧਵਾਂਖ ਕੇ ਖਾਂਦੇ ਆ। ਪਤਾ ਨਹੀਂ ਜਦੀਦ ਦੌਰ ਜੋ ਆ ਗਿਆ। ਚਲੋ ਖੈਰ, ਤੁਸੀਂ ਵੀ ਧਵਾਂਖ ਕੇ ਖਾ ਲਓ ਔਰ ਜ਼ਬਰਦਸਤ ਜਿਹਾ ਇਹਦਾ ਟੇਸਟ ਲੈ ਲਓ। ਪਹਿਲੇ ਤਾਂ ਇਹਦਾ ਸਮੈਲ ਹੁੰਦੀ ਸੀ, ਹਮਕ ਹੁੰਦਾ ਸੀ, ਹੁਣ ਇਹਦਾ ਟੇਸਟ ਹੁੰਦਾ। ਬਸ ਜੀ ਕੀ ਕਹਿ ਸਕਦੇ ਆ ਇਹਦੇ ਬਾਰੇ 'ਚ, ਆਪਣੇ ਕਮੈਂਟ ਦੇ ਨਾਲ ਜ਼ਰੂਰ ਸਾਨੂੰ ਦੱਸਿਓ ਕਿ ਤੁਹਾਨੂੰ ਵੀ ਇਹਦਾ ਹਮਕ ਆਉਂਦਾ ਹੈ ਜਾਂ ਸਮੈਲ। ਇਹਦੇ ਨਾਲ ਹੀ ਆਪਣਾ ਰੱਖਿਓ ਖਿਆਲ। ਮੈਨੂੰ ਦਿਓ ਇਜਾਜ਼ਤ, ਰੱਬ ਸੋਹਣੇ ਦੇ ਹਵਾਲੇ।